ਆਪ ਦੇ ਨਾਲ ਖਤਮ ਹੋਇਆ ਵਿਧਾਨ ਸਭਾ ਦਾ ਇਜਲਾਸ। ਭਰੋਸਗੀ ਮਤੇ ਤੇ ਸਪੀਕਰ ਨੇ ਕਿਹਾ 93 ਵੋਟ ਮਿਲੇ। ਅਯਾਲੀ ਤੇ ਬਸਪਾ ਵਿਧਾਇਕ ਦਾ ਵੋਟ ਵੀ ਹੱਕ ਦੇ ਵਿੱਚ ਕੀਤਾ ਕਾਊਂਟ। ਤਾਂ ਅਯਾਲੀ ਬੋਲੇ ਅਸੀਂ ਮਤੇ ਦੇ ਹੱਕ ਦੇ ਵਿੱਚ ਨਹੀਂ, ਵਿਰੋਧ ਦੇ ਵਿੱਚ ਸੀ। ਸਦਨ ਦੇ ਵਿੱਚ ਗੂੰਜਿਆ ਫਰਾਰ ਹੋਏ ਦੀਪਕ ਟੀਨੂ ਦਾ ਮਸਲਾ। ਵਿਰੋਧੀਆਂ ਨੇ ਸਰਕਾਰ ਤੇ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਚੁੱਕੇ ਸਵਾਲ ਤਾਂ ਸੀਐਮ ਨੇ ਦਿੱਤਾ ਜਵਾਬ। ਕਿਹਾ ਅਸੀਂ ਫੌਰਨ ਕੀਤੀ ਕਾਰਵਾਈ। ਮੁਲਜ਼ਮ ਸੀਆਈਏ ਇੰਚਾਰਜ ਨੂੰ ਕੀਤਾ ਬਰਖਾਸਤ। ਨੇਪਾਲ ਤੱਕ ਕੀਤੀ ਗਈ ਹੈ ਸਖਤੀ। ਮਾਨਸਾ ਕੋਰਟ ਨੇ ਬਰਖਾਸਤ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਦਾ ਦਿੱਤਾ 4 ਦਿਨ ਦਾ ਰਿਮਾਂਡ। ਪ੍ਰਿਤਪਾਲ ਦੀ ਕਸਟਡੀ ਚੋਂ ਫਰਾਰ ਹੋਇਆ ਸੀ ਗੈਂਗਸਟਰ ਦੀਪਕ ਟੀਨੂ। ਨਸ਼ੇ ਦੇ ਵਿੱਚ ਜਕੜੀ ਜਵਾਨੀ ਦੀਆਂ ਤਸਵੀਰਾਂ ਨੇ ਖੜੇ ਕੀਤੇ ਸਵਾਲ ਤਾਂ ਸੀਐਮ ਮਾਨ ਬੋਲੇ ਰਾਤੋਂ ਰਾਤ ਕੁਝ ਨਹੀਂ ਬਦਲਦਾ। ਪਿਛਲੀ ਸਰਕਾਰ ਦੇ ਬੀਜੇ ਨੇ ਕੰਡੇ, ਅਸੀਂ ਤਾਂ ਸੁਧਾਰ ਰਹੇ ਹਾਂ ਹਾਲਾਤ। ਗੁਰਦਾਸਪੁਰ ਦੇ ਵਿੱਚ ਸ਼ਖਸ ਨੇ ਪੁਲਿਸ ਥਾਣੇ ਦੇ ਵਿੱਚ ਵੜ ਕੇ ਖੋਈ ਰਾਈਫਲ। ਮੁਲਜ਼ਮ ਨੇ ਖੁਦ ਫੇਸਬੁੱਕ ਦੇ ਉੱਤੇ ਲਾਈਵ ਹੋ ਕੇ ਫਿਰ ਦੱਸਿਆ, ਬਾਅਦ ਦੇ ਵਿੱਚ ਕੀਤਾ ਸਰੈਂਡਰ। ਪੰਜਾਬ ਦੇ ਲੀਡਰਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਧਮਕੀਆਂ ਮਿਲਣ ਦਾ ਸਿਲਸਿਲਾ ਜਾਰੀ। ਹੁਣ ਕਾਂਗਰਸ ਸਾਂਸਦ ਰਵਨੀਤ ਬਿੱਟੂ ਨੂੰ ਆਇਆ ਧਮਕੀ ਭਰਿਆ ਫੋਨ। ਬਿੱਟੂ ਨੇ ਪੁਲਿਸ ਦੇ ਕੋਲ ਦਰਜ ਕਰਵਾਈ ਸ਼ਿਕਾਇਤ। ਗੰਨਾ ਕਿਸਾਨਾਂ ਦੇ ਲਈ ਰਾਹਤ ਵਾਲੀ ਖਬਰ। ਮਾਨ ਸਰਕਾਰ ਨੇ 20 ਰੁਪਏ ਦੇ ਵਾਧੇ ਦੇ ਨਾਲ 380 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗੰਨੇ ਦਾ ਰੇਟ। ਹੁਣ ਤੱਕ ਦੇ ਬਕਾਏ ਜਾਰੀ ਕਰਨ ਦਾ ਵੀ ਭਰਿਆ ਦਾਅਵਾ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ। ਫਰਕ ਤਾਂ ਪੈਂਦਾ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਗੱਲ, ਪੰਜਾਬ ਦੇ ਲੋਕਾਂ ਦੇ ਮੁੱਦੇ ਪਹੁੰਚਾਵਾਂਗੇ ਸਰਕਾਰ ਦੇ ਕੰਨਾਂ ਤੱਕ, ਕਿਉਂਕਿ ਜਦੋਂ ਸਰਕਾਰ ਤੱਕ, ਪ੍ਰਸ਼ਾਸਨ ਤੱਕ ਤੁਹਾਡੀ ਸਮੱਸਿਆ ਪਹੁੰਚਦੀ ਹੈ ਫਿਰ ਫਰਕ ਤਾਂ ਪੈਂਦਾ ਹੈ। ਸ਼ੁਰੂਆਤ ਅੱਜ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਵਿਧਾਨ ਸਭਾ ਦੇ ਇਜਲਾਸ ਦੀ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਦੇ ਨਾਲ ਭਰੋਸਗੀ ਮਤਾ ਪਾਸ ਕਰਵਾ ਲਿਆ। ਪੰਜਾਬ ਵਿਧਾਨ ਸਭਾ ਦੇ ਵਿੱਚ VOTING ਦੇ ਦੌਰਾਨ 93 ਵਿਧਾਇਕਾਂ ਨੇ ਭਰੋਸਗੀ ਮਤੇ ਦੇ ਪੱਖ ਦੇ ਵਿੱਚ ਵੋਟ ਕਰ ਦਿੱਤਾ। VOTING ਤੋਂ ਬਾਅਦ ਵਿਧਾਨ ਸਭਾ ਸਪੀਕਰ ਨੇ ਇਹ ਐਲਾਨ ਕੀਤਾ। ਦਰਅਸਲ ਅਕਾਲੀ ਦਲ ਅਤੇ BSP ਗੱਠਜੋੜ ਦੇ ਵਿਧਾਇਕ ਵਿਧਾਨ ਸਭਾ ਦੇ ਵਿੱਚ ਮੌਜੂਦ ਤਾਂ ਰਹੇ, ਪਰ ਉਹਨਾਂ ਨੇ ਭਰੋਸਗੀ ਮਤੇ ਦਾ ਵਿਰੋਧ ਨਹੀਂ ਕੀਤਾ ਸੀ। ਸਰਬਸੰਮਤੀ ਨਾਲ 93 ਮੈਂਬਰ ਉੱਥੇ ਹਾਜ਼ਰ ਸੀ। ਦੂਜੇ ਦੋ, ਇੱਕ ਮੈਂਬਰ ਇੱਕ ਪਾਰਟੀ ਦਾ ਸੀ, ਇੱਕ ਮੈਂਬਰ ਇੱਕ ਪਾਰਟੀ ਦਾ ਸੀ। ਉਧਰ ਸਪੀਕਰ ਦੇ ਐਲਾਨ ਤੋਂ ਬਾਅਦ ਸੀਐਮ ਮਾਨ ਨੇ ਅਕਾਲੀ ਵਿਧਾਇਕ ਅਯਾਲੀ ਦਾ ਭਰੋਸਗੀ ਮਤੇ ਦੇ ਦੌਰਾਨ ਬਹਿਸ ਦੇ ਵਿੱਚ ਸ਼ਾਮਲ ਰਹਿਣ ਦੇ ਲਈ ਧੰਨਵਾਦ ਤੱਕ ਕਰ ਦਿੱਤਾ। BSP ਦੇ ਨਛੱਤਰਪਾਲ ਜੀ ਤੇ ਅਕਾਲੀ ਦਲ ਦੇ ਮਨਪ੍ਰੀਤ ਅਯਾਲੀ ਜੀ ਨੇ VOTING ਵੇਲੇ ਨਾ ਨਹੀਂ ਕਿਹਾ। ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਰੀ ਬਹਿਸ ਦੇ ਵਿੱਚ ਹਿੱਸਾ ਲਿਆ। ਹਾਲਾਂਕਿ ਅਕਾਲੀ ਵਿਧਾਇਕ ਮਨਪ੍ਰੀਤ ਅਯਾਲੀ ਸਦਨ ਦੇ ਖਤਮ ਹੁੰਦੇ ਹੀ ਮਤੇ ਦਾ ਵਿਰੋਧ ਕਰਦੇ ਨਜ਼ਰ ਆਏ। ਮੈਨੂੰ ਪਤਾ ਨਹੀਂ ਕੀ ਲੱਗਿਆ, ਉਹ ਗਲਤੀ ਲੱਗੀ ਹੋਣੀ ਆ। ਮੈਂ ਖੜੇ ਹੋ ਕੇ ਵੀ ਸਪੀਕਰ ਸਾਹਿਬ ਕਿ ਵਿਰੋਧ ਦੇ ਵਿੱਚ ਆ, ਵਿਰੋਧ ਦੇ ਵਿੱਚ ਹੀ ਸਪੀਚ ਦਿੱਤੀ ਆ। ਅਸੀਂ ਨਹੀਂ ਹੈਗੇ ਹੱਕ ਦੇ ਵਿੱਚ। ਜੇ ਉੱਥੇ ਬੈਠੇ ਨੇ ਹਾਜ਼ਰੀ ਗਿਣ ਕੇ ਤੁਸੀਂ ਗਿਣ ਲੈਣਾ, ਬਿਲਕੁਲ ਗਲਤ ਆ। ਜ਼ਿਕਰ ਖਾਸ ਹੈ ਕਿ ਸਦਨ ਦੇ ਵਿੱਚ ਭਰੋਸਗੀ ਮਤੇ ਤੇ VOTING ਦੇ ਸਮੇਂ ਸੱਤਾ ਧਿਰ ਦੇ ਵਿਧਾਇਕਾਂ ਤੋਂ ਇਲਾਵਾ ਸਿਰਫ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਅਤੇ BSP ਦੇ ਵਿਧਾਇਕ ਨਛੱਤਰਪਾਲ ਹੀ ਮੌਜੂਦ ਸਨ। BJP ਵਿਧਾਇਕਾਂ ਨੇ ਪੂਰੇ ਇਜਲਾਸ ਦਾ ਪਹਿਲਾਂ ਹੀ ਵਾਕਆਊਟ ਕਰ ਦਿੱਤਾ ਸੀ, ਜਦੋਂ ਕਿ ਕਾਂਗਰਸ ਭਰੋਸਗੀ ਮਤੇ ਉੱਤੇ ਚਰਚਾ ਤੋਂ ਪਹਿਲਾਂ ਹੀ ਸਦਨ ਤੋਂ ਬਾਹਰ ਚਲੀ ਗਈ ਸੀ। ਤਾਂ ਮਨਪ੍ਰੀਤ ਅਯਾਲੀ ਅਤੇ BSP ਦੇ ਵਿਧਾਇਕ ਦੇ ਵੱਲੋਂ ਇੱਕ ਚਿੱਠੀ ਵੀ ਵਿਧਾਨ ਸਭਾ ਦੇ ਸਪੀਕਰ ਨੂੰ ਲਿਖ ਦਿੱਤੀ ਗਈ, ਜਿਸ ਦੇ ਵਿੱਚ ਕਿਹਾ ਗਿਆ ਕਿ ਗਲਤਫਹਿਮੀ ਦੇ ਨਾਲ ਸਾਡੀ ਵੋਟ ਤੁਸੀਂ ਦੂਜੇ ਵਾਲੇ ਪਾਸੇ ਕਾਊਂਟ ਕਰ ਲਈ, ਇਸ ਨੂੰ ਦਰੁਸਤ ਕੀਤਾ ਜਾਵੇ। ਖੈਰ ਹੁਣ 91 ਵੋਟਾਂ ਸੀ ਤੇ 93 ਨਿਕਲ ਆਈਆਂ। ਕਾਬਿਲੇ ਗੌਰ ਹੈ ਕਿ 92 MLA ਜਿੱਤੇ ਸੀ, 92 ਖੁਦ ਸਪੀਕਰ ਨੇ ਤੇ ਜਿਹੜੇ ਉੱਥੇ ਮੌਜੂਦ ਸੀ ਉਹਨਾਂ ਦੀ ਵੋਟ ਕਾਊਂਟ ਹੁੰਦੀ ਹੈ। 91 ਵੋਟਾਂ ਕਾਊਂਟ ਹੋਈਆਂ ਤੇ 2 ਜਿਹੜੇ ਅਕਾਲੀ ਦਲ ਤੇ ਬਸਪਾ ਦੇ ਵਿਧਾਇਕ ਸੀ ਉਹ ਵੀ ਇਕੱਠੇ ਕਰ ਲਏ ਗਏ। ਉਧਰ ਵਿਧਾਨ ਸਭਾ ਇਜਲਾਸ ਦੇ ਆਖਰੀ ਦਿਨ ਸਰਕਾਰ ਦਾ ਪੂਰਾ ਫੋਕਸ ਲੋਟਸ ਆਪਰੇਸ਼ਨ ਲੋਟਸ ਦੇ ਉੱਤੇ ਹੀ ਨਜ਼ਰ ਆਇਆ। ਤੇ ਇਜਲਾਸ ਦੇ ਆਖਰੀ ਦਿਨ ਲੋਟਸ ਆਪਰੇਸ਼ਨ ਨੂੰ ਲੈ ਕੇ ਸਦਨ ਦੇ ਅੰਦਰ ਤੇ ਬਾਹਰ ਵੀ ਖੂਬ ਹੰਗਾਮਾ ਹੋਇਆ। ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਲੋਟਸ ਆਪਰੇਸ਼ਨ ਦੇ ਉੱਤੇ ਬਹਿਸ ਦਾ ਆਗਾਜ਼ MLA ਸ਼ੀਤਲ ਅੰਗੁਰਾਲ ਦੇ ਵੱਲੋਂ ਹੋਇਆ। ਸ਼ੀਤਲ ਅੰਗੁਰਾਲ ਨੇ ਵਿਧਾਨ ਸਭਾ ਦੇ ਵਿੱਚ ਬਕਾਇਦਾ ਸਬੂਤਾਂ ਦਾ ਹਵਾਲਾ ਵੀ ਦਿੱਤਾ। ਮਿਸ਼ਨ ਲੋਟਸ ਨੂੰ ਫੇਲ ਕਰਨ ਦੇ ਲਈ ਉਹਨਾਂ ਲੋਕਾਂ ਦੇ ਨਾਮ ਅੱਜ ਮੈਂ ਵਿਜੀਲੈਂਸ ਨੂੰ ਦੇਖ ਕੇ ਆਇਆ। ਜਿਹੜੇ ਲੋਕ ਕਹਿੰਦੇ ਸੀ ਕਿ ਇਹ ਲੋਕਾਂ ਦੇ ਨਾਮ ਪੰਜਾਬ ਦੇ ਵਿੱਚ ਨਹੀਂ ਹੈ,
ਵਿਧਾਇਕ ਅੰਗੁਰਾਲ ਨੇ ਸਦਨ ਦੇ ਵਿੱਚ ਸਬੂਤਾਂ ਦਾ ਜ਼ਿਕਰ ਕੀਤਾ ਤਾਂ ਵਿਰੋਧੀਆਂ ਨੇ ਸਰਕਾਰ ਨੂੰ ਕਾਰਵਾਈ ਕਰਨ ਦੀ ਚੁਣੌਤੀ ਦਿੱਤੀ। ਨਾ ਉਹਨਾਂ ਦੇ ਲੈਲੇ ਨੇ ਜਿਹੜੇ ਇਹਨਾਂ ਦੀ ਪਹੁੰਚ ਤੋਂ ਬਾਹਰ ਨੇ। ਦੇਖੋ ਗੱਲ ਇਸ ਤਰ੍ਹਾਂ, ਇਹਨਾਂ 'ਚ ਜਾਣ ਹੈ, ਉਹ ਅਮਿਤ ਸ਼ਾਹ ਤੇ ਲਓ ਐਕਸ਼ਨ। ਆਮ ਆਦਮੀ ਪਾਰਟੀ ਵਿਧਾਇਕ ਸ਼ੀਤਲ ਅੰਗੁਰਾਲ ਨੇ ਬੀਜੇਪੀ ਨੂੰ ਘੇਰਿਆ ਤਾਂ ਬੀਜੇਪੀ ਨੇ ਸ਼ੀਤਲ ਅੰਗੁਰਾਲ ਤੇ ਹੀ ਗੰਭੀਰ ਇਲਜ਼ਾਮ ਲਗਾ ਦਿੱਤੇ। ਇੱਕ ਨੇ ਤੇ ਕਿਹਾ ਕਿ ਮੈਨੂੰ ਕਿਸੇ ਦੇ ਨਾਂ ਦਾ ਨਹੀਂ ਪਤਾ, ਮੈਨੂੰ ਕਿਸੇ ਮੰਤਰੀ ਦਾ ਨਾਂ ਨਹੀਂ ਲਿਆ, ਕਿਸੇ ਬੀਜੇਪੀ ਦੇ ਲੀਡਰ ਦਾ ਨਾਂ ਨਹੀਂ ਲਿਆ। ਔਰ ਦੂਸਰਾ ਜਿਹੜਾ ਛਾਤਰ ਅਪਰਾਧੀ ਹੈ, ਜਿਹੜਾ ਸ਼ੀਤਲ ਅੰਗੁਰਾਲ ਕਹਿੰਦੇ ਆ ਜਿਹਨੂੰ, ਬਈ ਉਹਦੇ ਉੱਪਰ 8-9 ਕ੍ਰਿਮੀਨਲ ਪਰਚੇ ਦਰਜ ਆ। ਸੈਸ਼ਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਵਿਜੀਲੈਂਸ ਦੇ ਦਫ਼ਤਰ ਵੀ ਪਹੁੰਚੇ ਤੇ ਆਪਰੇਸ਼ਨ ਲੋਟਸ ਦੇ ਉੱਤੇ ਬਿਆਨ ਦਰਜ ਕਰਵਾਏ। ਫਿਲਹਾਲ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕਰ ਦਿੱਤੀ ਗਈ। ਸੱਚ ਬਰਦਾਸ਼ਤ ਨਹੀਂ ਹੋਏਗਾ। ਖੈਰ, ਕਥਿਤ ਆਪਰੇਸ਼ਨ ਲੋਟਸ ਦਾ ਜ਼ਿਕਰ ਹੋ ਰਿਹਾ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ 25-25 ਕਰੋੜ ਰੁਪਏ ਦੇ ਵਿੱਚ ਸਾਡੇ ਵਿਧਾਇਕ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ। ਸਰਕਾਰ ਇਲਜ਼ਾਮ ਲਗਾ ਰਹੀ ਹੈ ਤੇ ਹੁਣ ਸੈਸ਼ਨ ਦੇ ਅੰਦਰ, ਵਿਧਾਨ ਸਭਾ ਦੇ ਅੰਦਰ 91 ਵੋਟਾਂ ਆਪਣੇ ਹੱਕ ਦੇ ਵਿੱਚ ਪਵਾ ਕੇ ਇਹ ਵੀ ਸਾਬਤ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ ਕਿ ਸਾਰੇ ਵਿਧਾਇਕ ਜੋ ਲੋਕਾਂ ਨੇ ਚੁਣ ਕੇ ਆਮ ਆਦਮੀ ਪਾਰਟੀ ਦੇ ਭੇਜੇ ਸੀ ਉਹ ਇਕਜੁੱਟ ਨੇ। ਖੈਰ, ਪੁਲਿਸ ਕਸਟਡੀ ਤੋਂ ਖੁੰਖਾਰ ਗੈਂਗਸਟਰ ਦੀਪਕ ਟੀਨੂ ਫਰਾਰ ਹੋਇਆ ਤੇ ਦੀਪਕ ਟੀਨੂ ਦੇ ਭੱਜਣ ਦਾ ਮੁੱਦਾ ਵੀ ਵਿਧਾਨ ਸਭਾ ਦੇ ਵਿੱਚ ਗੂੰਜਦਾ ਨਜ਼ਰ ਆਇਆ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਸਦਨ ਦੇ ਵਿੱਚ ਗੈਂਗਸਟਰ ਟੀਨੂ ਦੇ ਫਰਾਰ ਹੋਣ ਦਾ ਮਸਲਾ ਚੁੱਕਿਆ ਅਤੇ ਕਿਹਾ ਕਿ ਪੰਜਾਬ ਦੇ ਵਿੱਚ ਅੱਜ ਉਹ ਹੋ ਰਿਹਾ ਹੈ ਜੋ 75 ਸਾਲ ਦੇ ਵਿੱਚ ਕਦੇ ਨਹੀਂ ਹੋਇਆ। ਬਾਜਵਾ ਨੇ ਸਿੱਧੇ ਤੌਰ ਦੇ ਉੱਤੇ ਇਸ ਦੇ ਲਈ ਸਰਕਾਰ ਨੂੰ ਜ਼ਿੰਮੇਵਾਰ ਦੱਸ ਦਿੱਤਾ। Deepak Tinu is wanted in more than 34 cases. ਨਾਲ ਦੇ ਕਮਰੇ ਵਿੱਚ ਇੰਸਪੈਕਟਰ ਸਾਹਿਬ ਪਏ ਰਹੇ 11, 11:30, 12 ਵਜੇ ਉਸ ਹੋਟਲ ਦੇ ਵਿੱਚੋਂ ਫਰਾਰ ਹੋ ਗਏ। ਸਰ ਇਹਨਾਂ ਨੇ ਵਿਰੋਧੀ ਧਿਰ ਦੇ ਇਲਜ਼ਾਮਾਂ ਦੇ ਉੱਤੇ ਸਰਕਾਰ ਦੇ ਵੱਲੋਂ ਮੰਤਰੀ ਅਮਨ ਅਰੋੜਾ ਨੇ ਪਲਟਵਾਰ ਕੀਤਾ। ਸਰ ਇਹਨਾਂ ਨੇ ਜੋ ਕਰਤੂਤਾਂ ਕੀਤੀਆਂ ਨੇ 5 ਸਾਲ, ਸਰ ਉਹਦੇ ਚ ਮੈਂ ਤੁਹਾਨੂੰ ਦੱਸਾਂ ਕਿ ਚਾਹੇ ਤਾਂ ਗੁਰਦੀਪ ਪਹਿਲਵਾਨ ਇਹਨਾਂ ਦੇ ਰਾਜ ਦੇ ਵਿੱਚ ਕਿਵੇਂ ਦਿਨ ਦਿਹਾੜੇ ਮਾਰੇ ਗਿਆ ਭੁੱਲ ਗਿਆ ਜੇ ਇਹਨਾਂ ਦੇ ਰਾਜ ਦੇ ਵਿੱਚ ਦਿਨ ਦਿਹਾੜੇ 2 ASIਆਂ ਦਾ ਕਤਲ ਹੋਇਆ। ਮੈਨੂੰ ਇੱਕ ਸਰ ਬੜਾ ਅਫਸੋਸ ਨਾਲ ਕਹਿਣਾ ਪਿਆ। ਸਦਨ ਦੇ ਵਿੱਚ ਗੈਂਗਸਟਰ ਦੇ ਫਰਾਰ ਹੋਣ ਦੇ ਮੁੱਦੇ ਉੱਤੇ ਕੁੱਲ ਮਿਲਾ ਕੇ ਹੰਗਾਮਾ ਹੋਇਆ। ਇਸ ਤੋਂ ਬਾਅਦ ਕਾਂਗਰਸ ਨੇ ਸਦਨ ਤੋਂ ਵਾਕਆਊਟ ਕਰ ਦਿੱਤਾ। ਉਹਦਾ ਵੱਡਾ ਭਾਈ ਖੈਰ, ਮੁੱਖ ਮੰਤਰੀ ਨੇ ਵੀ ਵਿਧਾਨ ਸਭਾ ਦੇ ਵਿੱਚ ਬਿਆਨ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਕਰੜਾ ਐਕਸ਼ਨ ਲਿਆ ਜਾ ਰਿਹਾ ਤੇ ਨੇਪਾਲ ਤੱਕ ਸਖਤੀ ਕਰ ਦਿੱਤੀ ਗਈ ਹੈ ਤਾਂ ਕਿ ਦੀਪਕ ਟੀਨੂ ਹੁਣ ਭੱਜ ਕੇ ਕਿਤੇ ਜਾ ਨਾ ਸਕੇ ਤੇ ਜਲਦੀ ਦੀਪਕ ਟੀਨੂ ਦੁਬਾਰਾ ਸਲਾਖਾਂ ਦੇ ਪਿੱਛੇ ਹੋਏਗਾ। ਇਹ ਮੁੱਖ ਮੰਤਰੀ ਨੇ ਸਟੇਟਮੈਂਟ ਜਾਰੀ ਕੀਤੀ। ਉਧਰ ਗੈਂਗਸਟਰ ਦੀਪਕ ਟੀਨੂ ਮਾਮਲੇ ਦੇ ਵਿੱਚ ਗ੍ਰਿਫਤਾਰ CIA ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਨੂੰ ਰਿਮਾਂਡ ਦੇ ਉੱਤੇ ਅਦਾਲਤ ਨੇ ਭੇਜ ਦਿੱਤਾ ਹੈ ਤੇ ਬਰਖਾਸਤ ਇੰਚਾਰਜ ਪ੍ਰਿਤਪਾਲ ਨੂੰ ਮਾਨਸਾ ਅਦਾਲਤ ਨੇ 4 ਦਿਨਾਂ ਦੀ ਪੁਲਿਸ ਰਿਮਾਂਡ ਦੇ ਉੱਤੇ ਭੇਜ ਦਿੱਤਾ ਹੈ। ਹਾਲਾਂਕਿ ਪੁਲਿਸ ਨੇ 5 ਦਿਨਾਂ ਦੀ ਰਿਮਾਂਡ ਦੀ ਡਿਮਾਂਡ ਕੀਤੀ ਸੀ। ਪ੍ਰਿਤਪਾਲ ਸਿੰਘ ਤੇ ਦੀਪਕ ਟੀਨੂ ਦੇ ਫਰਾਰ ਹੋਣ ਦੇ ਵਿੱਚ ਮਦਦ ਕਰਨ ਦੇ ਇਲਜ਼ਾਮ ਨੇ, ਜਿਸ ਤੋਂ ਬਾਅਦ DGP ਗੌਰਵ ਯਾਦਵ ਨੇ ਪ੍ਰਿਤਪਾਲ ਸਿੰਘ ਨੂੰ ਡਿਸਮਿਸ ਕਰਦਿਆਂ ਗ੍ਰਿਫਤਾਰੀ ਦੇ ਆਦੇਸ਼ ਦਿੱਤੇ ਸਨ। ਪ੍ਰਿਤਪਾਲ ਸਿੰਘ ਦੀ ਅਗਲੀ ਪੇਸ਼ੀ 7 ਅਕਤੂਬਰ ਨੂੰ ਹੋਵੇਗੀ ਤੇ ਇਹਨਾਂ 4 ਦਿਨਾਂ ਦੇ ਅੰਦਰ ਪੁਲਿਸ ਦੇ ਵੱਲੋਂ ਦੀਪਕ ਟੀਨੂ ਦੇ ਉਸ ਦੇ ਨਾਲ ਸੰਬੰਧ, ਟੀਨੂ ਨੂੰ ਫਰਾਰ ਕਰਵਾਉਣ ਦੇ ਪਿੱਛੇ ਉਸ ਦੀ ਮਨਸ਼ਾ ਵਰਗੇ ਕਈ ਮੁੱਦਿਆਂ ਤੇ ਪੁੱਛ ਪੜਤਾਲ ਹੋਵੇਗੀ। ਦੱਸ ਦਈਏ ਕਿ ਦੀਪਕ ਟੀਨੂ 1 ਅਕਤੂਬਰ ਦੀ ਰਾਤ ਨੂੰ ਫਰਾਰ ਹੋ ਗਿਆ ਸੀ। ਪ੍ਰਿਤਪਾਲ ਤੇ ਗੈਂਗਸਟਰ ਟੀਨੂ ਨੂੰ ਬਿਨਾਂ ਹੱਥਕੜੀ ਆਪਣੀ ਨਿੱਜੀ ਗੱਡੀ ਦੇ ਵਿੱਚ ਝੁਨੀਰ ਦੇ ਇੱਕ ਗੈਸਟ ਹਾਊਸ 'ਚ ਲੈ ਕੇ ਜਾਣ ਦੇ ਇਲਜ਼ਾਮ ਨੇ, ਜਿੱਥੋਂ ਕਿ ਟੀਨੂ ਉਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਤਾਂ ਟੀਨੂ ਫਰਾਰ ਹੋ ਚੁੱਕਿਆ ਹੈ। ਪ੍ਰਿਤਪਾਲ ਦੇ ਉੱਤੇ ਇਲਜ਼ਾਮ ਨੇ ਕਿ ਉਹ ਉਸ ਦੇ ਨਾਲ ਸੀ, ਤਾਂ ਫਿਰ ਕਿਵੇਂ ਟੀਨੂ ਭੱਜਿਆ? ਹੁਣ ਅਗਲੇ 4 ਦਿਨਾਂ ਦੇ ਵਿੱਚ ਪੁੱਛ ਪੜਤਾਲ ਕਰਨ ਦੀ ਕੋਸ਼ਿਸ਼ ਜ਼ਰੂਰ ਪੁਲਿਸ ਕਰੇਗੀ CIA ਇੰਚਾਰਜ ਤੋਂ। ਇਸ ਸਭ ਦੇ ਵਿਚਾਲੇ ਜੋ ਜ਼ਿਕਰ ਅਸੀਂ ਕਰ ਰਹੇ ਸੀ ਕਿ ਵਿਧਾਨ ਸਭਾ ਦੇ ਵਿੱਚ ਵੀ ਗੂੰਜਦਾ ਹੋਇਆ ਮੁੱਦਾ ਨਜ਼ਰ ਆਇਆ ਤੇ ਸਦਨ ਦੇ ਵਿੱਚ ਜਦੋਂ ਦੀਪਕ ਟੀਨੂ ਦੇ ਫਰਾਰ ਹੋਣ ਦਾ ਮੁੱਦਾ ਗੂੰਜਿਆ, ਸਿਆਸਤ ਹੋਈ, ਖੂਬ ਹੰਗਾਮਾ ਹੋਇਆ ਤੇ ਜਦੋਂ ਮੁੱਖ ਮੰਤਰੀ ਬੋਲਣ ਦੇ ਲਈ ਉੱਠੇ ਤਾਂ ਫਿਰ ਉਹਨਾਂ ਦੇ ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਗਿਆ। ਸਦਨ ਦੇ ਵਿੱਚ CM ਮਾਨ ਨੇ ਵਿਰੋਧੀਆਂ ਨੂੰ ਜਵਾਬ ਦਿੱਤਾ ਤੇ ਕਿਹਾ ਕਿ ਮੁਲਜ਼ਮ CIA ਇੰਚਾਰਜ ਨੂੰ ਪ੍ਰਿਤਪਾਲ ਨੂੰ ਡਿਸਮਿਸ ਅਸੀਂ ਕਰ ਚੁੱਕੇ ਹਾਂ ਤੇ ਟੀਨੂ ਦੇ ਫਰਾਰ ਹੋਣ ਤੋਂ ਫੌਰਨ ਬਾਅਦ ਇਹ ਐਕਸ਼ਨ ਲਿਆ। ਨੇਪਾਲ ਬਾਰਡਰ ਤੱਕ ਚੌਕਸੀ ਵਧਾ ਦਿੱਤੀ ਗਈ ਹੈ। ਦੀਪਕ ਟੀਨੂ ਜਲਦ ਸਲਾਖਾਂ ਦੇ ਪਿੱਛੇ ਹੋਵੇਗਾ। ਇੱਥੋਂ ਤੱਕ ਕਿਹਾ ਕਿ ਉਸ ਦੇ ਖਿਲਾਫ ਲੁੱਕਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਤਾਂ ਕਿ ਦੀਪਕ ਟੀਨੂ ਵਿਦੇਸ਼ ਭੱਜਣ ਦੀ ਜੇਕਰ ਫਿਰਾਕ ਦੇ ਵਿੱਚ ਹੋਵੇ ਤਾਂ ਉਸ ਨੂੰ ਕਾਬੂ ਕਰ ਲਿਆ ਜਾਵੇ। ਨਾਲ ਹੀ ਇਹ ਵੀ ਕਿਹਾ ਗਿਆ ਕਿ ਇਹ ਜਿਹੜੇ ਗੈਂਗਸਟਰਸ ਨੇ ਨੇਪਾਲ ਭੱਜਣ ਦੀ ਕੋਸ਼ਿਸ਼ ਦੇ ਵਿੱਚ ਰਹਿੰਦੇ ਨੇ ਕਿਉਂਕਿ ਨੇਪਾਲ ਬਿਨਾਂ ਪਾਸਪੋਰਟ ਜਾਂ ਫਿਰ ਕਿਸੇ ਵੀਜ਼ੇ ਤੋਂ ਅਸੀਂ ਜਾ ਸਕਦੇ ਹਾਂ। ਭਾਰਤ ਤੇ ਨੇਪਾਲ ਦੀ ਸੰਧੀ ਇਸ ਤਰੀਕੇ ਦੀ ਹੈ ਤਾਂ ਇਸ ਕਰਕੇ ਨੇਪਾਲ ਬਾਰਡਰ ਦੇ ਉੱਤੇ ਵੀ ਸਖਤੀ ਵਧਾ ਦਿੱਤੀ ਗਈ ਹੈ। ਦੀਪਕ ਟੀਨੂ ਤੇ CM ਕੀ ਕੁਝ ਬੋਲੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ।
ਜਿਹੜੇ ਗੈਂਗਸਟਰ ਵਾਲਾ ਮਾਮਲਾ ਹੋਇਆ ਉਹਦੇ ਵਿੱਚ ਜਿਹੜਾ ਪ੍ਰਿਤਪਾਲ ਸਿੰਘ ਹੈ ਉਹਨੂੰ ਡਿਸਮਿਸ ਵੀ ਕਰਤਾ, 7 ਤਰੀਕ ਤੱਕ ਉਹਦਾ ਰਿਮਾਂਡ ਵੀ ਲੈ ਲਿਆ ਔਰ ਸਾਰੇ ਮੁਲਕ ਦੇ ਵਿੱਚ 에ਅਰਪੋਰਟਾਂ ਤੇ ਲੁੱਕਆਊਟ ਨੋਟਿਸ ਜਾਰੀ ਕਰਤਾ। ਨੇਪਾਲ ਦੇ ਬਾਰਡਰ ਤੇ ਸਖਤਾਈ ਕਰਤੀ, ਸਪੈਸ਼ਲ ਆਪਰੇਸ਼ਨ ਚੱਲ ਰਿਹਾ ਹੈ। ਬੜੀ ਜਲਦੀ ਉਹ ਬੰਦਾ ਦੁਬਾਰੇ ਵਾਪਸ। ਮੈਂ ਜਵਾਬ ਦਿੰਦਾ, ਐਸੇ ਗੱਲ ਪਿੱਛੇ ਪੌਣਾ ਘੰਟਾ ਲੜੀ ਗਏ ਨੇ। ਮੈਂ ਜਵਾਬ ਦਿੰਦਾ, ਮੈਂ ਜਵਾਬ ਦਿਆਂ, ਮੈਂ ਕਿਹੜਾ ਕਿਸੇ ਗੱਲੋਂ ਕਾਣਾ। ਤਾਂ ਮੁੱਖ ਮੰਤਰੀ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਕਿ ਇਸ ਦਾ ਜਵਾਬ ਮੇਰੇ ਤੋਂ ਚਾਹੁੰਦੇ ਸੀ ਤੇ ਮੈਂ ਤਾਂ ਜਵਾਬ ਦੇਣ ਨੂੰ ਤਿਆਰ ਹਾਂ, ਪਰ ਕਿਉਂ ਦੀਪਕ ਟੀਨੂ ਦੇ ਮੁੱਦੇ ਦੇ ਉੱਤੇ ਹੰਗਾਮਾ ਹੋਇਆ ਤੇ ਸਦਨ ਦਾ ਸਮਾਂ ਖਰਾਬ ਹੋਇਆ। ਉਧਰ ਗੈਂਗਸਟਰ ਦੀਪਕ ਟੀਨੂ ਦੇ ਫਰਾਰ ਹੋਣ ਦੇ ਮਾਮਲੇ 'ਚ ਹੁਣ ਵੱਡੇ ਖੁਲਾਸੇ ਵੀ ਹੋ ਰਹੇ ਨੇ ਕਿ ਆਖਿਰ ਦੀਪਕ ਟੀਨੂ ਕਿਸ ਤਰੀਕੇ ਨਾਲ ਉਸ ਹੋਟਲ ਤੱਕ ਪਹੁੰਚ ਗਿਆ ਤੇ ਕਿਵੇਂ ਫਰਾਰ ਹੋ ਗਿਆ। ਤੇ ਸੂਤਰਾਂ ਮੁਤਾਬਕ ਟੀਨੂ ਗੈਸਟ ਹਾਊਸ ਤੋਂ ਆਪਣੀ ਗਰਲਫ੍ਰੈਂਡ ਦੇ ਨਾਲ ਫਰਾਰ ਹੋਇਆ। ਟੀਨੂ ਨੂੰ ਬਰਖਾਸਤ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਆਪਣੀ ਨਿੱਜੀ ਗੱਡੀ ਤੇ ਗੈਸਟ ਹਾਊਸ ਲੈ ਕੇ ਆਇਆ ਸੀ, ਜਿੱਥੇ ਉਸ ਦੀ ਗਰਲਫ੍ਰੈਂਡ ਇੰਤਜ਼ਾਰ ਕਰ ਰਹੀ ਸੀ। ਸੂਤਰਾਂ ਮੁਤਾਬਕ ਟੀਨੂ ਦੇ ਕੋਲ ਇੱਕ ਮੋਬਾਈਲ ਫੋਨ ਸੀ। ਫੋਨ ਬਰਖਾਸਤ ਪ੍ਰਿਤਪਾਲ ਸਿੰਘ ਨੇ ਹੀ ਮੁਹੱਈਆ ਕਰਵਾਇਆ। ਇਸੇ ਫੋਨ ਤੋਂ ਟੀਨੂ ਨੇ ਆਪਣੇ ਸਾਥੀਆਂ ਨਾਲ ਸੰਪਰਕ ਕੀਤਾ ਤੇ 2 ਦਿਨ ਪਹਿਲਾਂ ਹੀ ਫਰਾਰ ਹੋਣ ਦਾ ਪਲਾਨ ਬਣਾਇਆ। ਟੀਨੂ ਨੇ ਆਪਣੇ ਸਾਥੀਆਂ ਨੂੰ ਗੈਸਟ ਹਾਊਸ ਤੋਂ ਦੂਰ ਗੱਡੀ ਲੈ ਕੇ ਖੜੇ ਰਹਿਣ ਦੇ ਲਈ ਕਿਹਾ ਤੇ ਜਦੋਂ ਗੈਸਟ ਹਾਊਸ ਦੇ ਦੂਜੇ ਕਮਰੇ ਦੇ ਵਿੱਚ ਮੌਜੂਦ ਪ੍ਰਿਤਪਾਲ ਸਿੰਘ ਗੂੜੀ ਨੀਂਦ ਸੋ ਰਿਹਾ ਸੀ ਤਾਂ ਟੀਨੂ ਅਤੇ ਉਸ ਦੀ ਗਰਲਫ੍ਰੈਂਡ ਫਰਾਰ ਹੋ ਗਏ। 1 ਅਤੇ 2 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਫਰਾਰ ਹੋਇਆ ਟੀਨੂ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਨਾਮਜ਼ਦ ਸੀ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਹੈ। ਟੀਨੂ ਤੇ 17 ਕਤਲ ਸਣੇ ਰੰਗਦਾਰੀ, ਫਿਰੌਤੀ, ਕਿਡਨੈਪਿੰਗ ਦੇ ਵੱਖੋ-ਵੱਖ ਮਾਮਲੇ ਦਰਜ ਨੇ। ਟੀਨੂ ਦੇ ਉੱਤੇ ਦਰਜ ਮਾਮਲੇ ਦੱਸ ਰਹੇ ਨੇ ਕਿ ਕਿੰਨਾ ਸ਼ਾਤਰ ਸੀ ਤੇ ਕਿੰਨਾ ਕੁਖਿਆਤ ਉਹ ਗੈਂਗਸਟਰ ਸੀ। ਬਾਵਜੂਦ ਇਸ ਦੇ ਬਿਨਾਂ ਕਿਸੇ ਸੁਰੱਖਿਆ ਜਾਂ ਫਿਰ ਪੁਲਿਸ ਮੁਲਾਜ਼ਮਾਂ ਦੇ ਸੀਆਈਏ ਇੰਚਾਰਜ ਕਿਉਂ ਲੈ ਕੇ ਚਲਾ ਗਿਆ ਉਸ ਹੋਟਲ ਦੇ ਵਿੱਚ, ਪਹਿਲਾਂ ਕਿੰਨੀ ਵਾਰ ਗਿਆ ਸੀ ਤੇ ਕੀ ਇਸ ਦੇ ਪਿੱਛੇ ਕੋਈ ਪੈਸਾ ਵੀ ਇਨਵੋਲਵ ਹੈ। ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੀ ਹੁਣ ਜਾਂਚ ਪੁਲਿਸ ਨੂੰ ਕਰਨੀ ਹੋਏਗੀ। ਉਧਰ ਸਿੱਧੂ ਮੂਸੇਵਾਲਾ ਦੇ ਮਾਤਾ ਉਹਨਾਂ ਦਾ ਪਰਿਵਾਰ ਟੀਨੂ ਦੇ ਫਰਾਰ ਹੋਣ ਤੋਂ ਬਾਅਦ ਪੁਲਿਸ ਦੀ ਕਾਰਜ ਪ੍ਰਣਾਲੀ ਦੇ ਉੱਤੇ ਸਵਾਲ ਚੁੱਕ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਮਾਤਾ ਉਸ ਗੈਸਟ ਹਾਊਸ ਦੇ ਵਿੱਚ ਪਹੁੰਚ ਗਏ ਜਿੱਥੋਂ ਗੈਂਗਸਟਰ ਦੀਪਕ ਟੀਨੂ ਫਰਾਰ ਹੋਇਆ ਸੀ। ਤੇ ਮੂਸੇਵਾਲਾ ਦਾ ਪਰਿਵਾਰ ਦੀਪਕ ਟੀਨੂ ਦੀ ਫਰਾਰਗੀ ਦੇ ਸਬੂਤ ਇਕੱਠੇ ਕਰਨ ਲੱਗਿਆ। ਮੂਸੇਵਾਲਾ ਦੀ ਮਾਤਾ ਨੇ ਗੈਸਟ ਹਾਊਸ ਦੇ ਹੇਠਾਂ ਬਣੀ ਬੈਂਕ ਤੋਂ ਸੀਸੀਟੀਵੀ ਫੁਟੇਜ ਲੈਣ ਦੀ ਕੋਸ਼ਿਸ਼ ਕੀਤੀ। ਪਰਿਵਾਰ ਕਈ ਘੰਟੇ ਬੈਂਕ ਦੇ ਵਿੱਚ ਮੌਜੂਦ ਰਿਹਾ। ਹਾਲਾਂਕਿ ਪਹਿਲਾਂ ਬੈਂਕ ਦੇ ਵੱਲੋਂ ਸੀਸੀਟੀਵੀ ਦੇਣ ਤੋਂ ਇਨਕਾਰ ਕੀਤਾ ਗਿਆ, ਪਰ ਬਾਅਦ ਦੇ ਵਿੱਚ ਐਸਐਚਓ ਝੁਨੀਰ ਦੇ ਕਹਿਣ ਦੇ ਉੱਤੇ ਫੁਟੇਜ ਦੀ ਇੱਕ ਕਾਪੀ ਪਰਿਵਾਰ ਨੂੰ ਦੇ ਦਿੱਤੀ ਗਈ। ਪਹਿਲਾਂ ਬੈਂਕ ਵੱਲੋਂ ਮਨਾ ਕਰਤਾ ਸੀਗਾ ਵੀ ਪ੍ਰਸ਼ਾਸਨ ਮਨਾ ਕਰ ਰਿਹਾ ਵੀ ਅਸੀਂ ਸੀਸੀਟੀਵੀ ਜਿਹੜੇ ਦੇ ਨਹੀਂ ਸਕਦੇ, ਇਸ ਕਰਕੇ ਥੋੜਾ ਜਿਹਾ ਹੋਇਆ। ਤੇ ਉਸ ਤੋਂ ਬਾਅਦ ਬੈਂਕ ਵਾਲਿਆਂ ਨੇ ਐਸਐਚਓ ਸਾਹਿਬ ਦੇ ਕਹਿਣ ਤੇ ਗੱਲ ਜਿਹੜੀ ਮੰਨ ਲਈ ਹੈ ਤੇ ਸਾਨੂੰ ਜਿਹੜੇ ਸੀਸੀਟੀਵੀ ਹੈਗੇ ਆ ਉਹ ਅਸੀਂ ਲੈ ਲਏ ਆ। ਬੈਂਕ ਕੈਮਰਿਆਂ ਸਣੇ ਇਲਾਕੇ ਦੇ ਵਿੱਚ ਲੱਗੇ ਕਰੀਬ 6 ਤੋਂ 7 ਹੋਰ ਕੈਮਰਿਆਂ ਦੀ ਫੁਟੇਜ ਵੀ ਸਿੱਧੂ ਦੇ ਪਰਿਵਾਰ ਨੇ ਹਾਸਲ ਕੀਤੀ ਤੇ ਹੁਣ ਫੁਟੇਜ ਦੇਖਣ ਤੋਂ ਬਾਅਦ ਹੀ ਉਹ ਅੱਗੇ ਦੀ ਰਣਨੀਤੀ ਤੈਅ ਕਰਨ ਦੀ ਗੱਲ ਕਹਿ ਰਹੇ ਨੇ। 6-7 ਕੈਮਰਿਆਂ ਦੀ ਅਸੀਂ ਆਪ ਵੀ ਲੈਤੀ ਹੈ, ਬਾਕੀ ਆਪਦਾ ਪ੍ਰਸ਼ਾਸਨ ਜਿਹੜਾ ਉਹ ਇਨਵੈਸਟੀਗੇਸ਼ਨ ਕਰ ਰਿਹਾ। ਹਾਲਾਂਕਿ ਪਹਿਲਾਂ ਖਬਰਾਂ ਸਨ ਕਿ ਫੁਟੇਜ ਨਾ ਮਿਲਣ ਤੇ ਪਰਿਵਾਰ ਗੈਸਟ ਹਾਊਸ ਦੇ ਬਾਹਰ ਧਰਨੇ ਦੇ ਉੱਤੇ ਬੈਠ ਸਕਦਾ ਹੈ, ਪਰ ਕਈ ਘੰਟਿਆਂ ਬਾਅਦ ਸਿੱਧੂ ਦੇ ਮਾਤਾ ਚਰਨ ਕੌਰ ਵਾਪਸ ਚਲੇ ਗਏ। ਗੈਂਗਸਟਰ ਟੀਨੂ ਸਿੱਧੂ ਮੂਸੇਵਾਲਾ ਦੇ ਕਤਲ ਦੇ ਕੇਸ ਵਿੱਚ ਨਾਮਜ਼ਦ ਸੀ ਤੇ ਟੀਨੂ ਦੇ ਫਰਾਰ ਹੋਣ ਤੋਂ ਬਾਅਦ ਮੂਸੇਵਾਲਾ ਦਾ ਪਰਿਵਾਰ ਖੁਦ ਇਸ ਮਾਮਲੇ ਤੇ ਹੁਣ ਨਜ਼ਰ ਰੱਖ ਰਿਹਾ ਹੈ। ਖੈਰ, ਜਦੋਂ ਪੁਲਿਸ ਦੇ ਕੋਲ ਕੇਸ ਓਵਰ ਇੰਨਾ ਹਾਈ ਪ੍ਰੋਫਾਈਲ ਮਾਮਲਾ ਹੋਵੇ, ਉਸ ਦੇ ਵਿੱਚੋਂ ਵੀ ਕੋਈ ਗੈਂਗਸਟਰ ਭੱਜ ਗਿਆ ਹੋਵੇ, ਪਰਿਵਾਰ ਨੂੰ ਯਕੀਨ ਨਾ ਹੋਵੇ ਜੋ ਪੁਲਿਸ ਦੀ ਇਨਵੈਸਟੀਗੇਸ਼ਨ ਅੱਗੇ ਵਧ ਰਹੀ ਹੈ ਤੇ ਸਭ ਦੇ ਵਿਚਾਲੇ ਪਰਿਵਾਰ ਖੁਦ ਮੋਰਚਾ ਸੰਭਾਲੇ, ਸੀਸੀਟੀਵੀ ਫੁਟੇਜ ਇਕੱਠੇ ਕਰਨ ਦਾ ਤੇ ਮਾਮਲੇ ਦੀ ਜਾਂਚ ਤੇ ਨਜ਼ਰ ਰੱਖੇ, ਫਿਰ ਫਰਕ ਤਾਂ ਪੈਂਦਾ ਹੈ। ਹੁਣ ਅੱਗੇ ਵਧਦੇ ਹਾਂ। ਭਾਰਤ ਨੇ 22 ਸਾਲ ਪਹਿਲਾਂ ਜੋ ਸੁਪਨਾ ਦੇਖਿਆ ਸੀ ਉਹ ਹੁਣ ਪੂਰਾ ਹੋ ਗਿਆ ਹੈ। ਇੰਨੇ ਸਾਲਾਂ ਦੀ ਮਿਹਨਤ ਤੋਂ ਬਾਅਦ 에ਅਰ ਫੋਰਸ ਨੂੰ ਸਵਦੇਸ਼ੀ ਲਾਈਟ ਕੰਬੈਟ ਹੈਲੀਕਾਪਟਰ ਮਿਲ ਚੁੱਕਿਆ ਹੈ। ਜੀ ਹਾਂ, ਉਸ ਦੀਆਂ ਤਸਵੀਰਾਂ ਸਾਹਮਣੇ ਆਈਆਂ। ਇਸ ਹੈਲੀਕਾਪਟਰ ਦੀ 에ਅਰ ਫੋਰਸ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਭਾਰਤ ਦੀ ਤਾਕਤ ਦੇ ਵਿੱਚ ਜ਼ਬਰਦਸਤ ਇਜ਼ਾਫਾ ਹੋਇਆ ਹੈ। ਇਹ ਹੈਲੀਕਾਪਟਰ ਤਪਦੇ ਰੇਗਿਸਤਾਨ, ਬਰਫੀਲੇ ਪਹਾੜਾਂ ਸਣੇ ਹਰ ਕੰਡੀਸ਼ਨ ਦੇ ਵਿੱਚ ਦੁਸ਼ਮਣਾਂ ਦੇ ਉੱਤੇ ਹਮਲਾ ਕਰਨ ਦਾ ਦਮ ਰੱਖਦਾ ਹੈ। ਇਸ ਦੀ ਕੈਨਨ ਦੇ ਨਾਲ ਹਰ ਮਿੰਟ ਦੇ ਵਿੱਚ 750 ਗੋਲੀਆਂ ਦਾਗੀਆਂ ਜਾ ਸਕਦੀਆਂ ਨੇ। ਉੱਥੇ ਇਹ ਐਂਟੀ ਟੈਂਕ ਅਤੇ ਹਵਾ ਦੇ ਵਿੱਚ ਮਾਰਨ ਵਾਲੀਆਂ ਮਿਸਾਈਲਾਂ ਦੇ ਨਾਲ ਵੀ ਲੈਸ ਕੀਤਾ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਨਵਰਾਤਰਿਆਂ ਦੇ ਵਿੱਚ ਅਸ਼ਟਮੀ ਦੇ ਦਿਨ ਇਹ 에ਅਰ ਫੋਰਸ ਦੇ ਬੇੜੇ ਦੇ ਵਿੱਚ ਸ਼ਾਮਲ ਹੋਇਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਨੂੰ LCH
ਨੂੰ ਪ੍ਰਚੰਡ ਨਾਮ ਦਿੱਤਾ ਹੈ। ਰਾਜਨਾਥ ਸਿੰਘ ਨੇ ਵੀ ਇਸ ਹੈਲੀਕਾਪਟਰ ਦੇ ਵਿੱਚ ਉਡਾਨ ਭਰੀ। लाइट कम्बैट हेलीकॉप्टर ये इंडिजिनस हेलीकॉप्टर है और यह कारगिल से लेकर कन्याकुमारी तक किसी भी टेरेन में फ्लाई कर सकता है, कहीं भी फ्लाई कर सकता है। साथ ही साथ अपने टारगेट को अटैक करने की भी क्षमता इस लाइट कम्बैट हेलीकॉप्टर में है। इसमें मिसाइल के द्वारा भी मार सकता है, अन्य भी बहुत सारे दूसरे इक्विपमेंट्स हैं जिनके द्वारा भी यह अटैक कर सकता है। ਤਕਰੀਬਨ 3885 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣੇ 15 LCH ਫੌਜ ਦੇ ਵਿੱਚ ਸ਼ਾਮਲ ਹੋਣੇ ਨੇ। ਇਸ ਦੇ ਵਿੱਚੋਂ 10 ਇੰਡੀਅਨ 에ਅਰ ਫੋਰਸ ਨੂੰ ਮਿਲ ਚੁੱਕੇ ਨੇ। ਤੇ ਪਹਿਲਾ ਸਵਦੇਸ਼ੀ ਹੈਲੀਕਾਪਟਰ ਹੈ ਜੋ ਭਾਰਤੀ 에ਅਰ ਫੋਰਸ ਦੇ ਵਿੱਚ ਸ਼ਾਮਲ ਹੋ ਚੁੱਕਾ ਹੈ, ਯਾਨੀ ਪੂਰੇ ਤਰੀਕੇ ਨਾਲ ਭਾਰਤ ਦੇ ਵਿੱਚ ਬਣਿਆ ਹੈ। ਹੁਣ ਅੱਗੇ ਵਧਦੇ ਹਾਂ ਤੇ ਵਾਰੀ ਅੱਜ ਦੇ ਸਵਾਲ ਦੀ। ਅੱਜ ਦਾ ਸਵਾਲ ਇਸ ਮੁੱਦੇ ਨਾਲ ਹੀ ਜੁੜਿਆ ਹੋਇਆ ਹੈ। ਤਾਂ ਪ੍ਰਚੰਡ ਪਹਿਲਾ ਹੈਲੀਕਾਪਟਰ ਹੈ ਜੋ ਪੂਰੀ ਤਰ੍ਹਾਂ ਸਵਦੇਸ਼ੀ ਹੈ ਤੇ ਅੱਜ ਦਾ ਸਵਾਲ ਹੈ ਕਿ ਭਾਰਤੀ 에ਅਰ ਫੋਰਸ ਨੂੰ ਪਹਿਲਾ ਸਵਦੇਸ਼ੀ ਫਾਈਟਰ ਜੈਟ ਕਿਹੜਾ ਮਿਲਿਆ ਸੀ। ਜ਼ਿਕਰ ਆਪਾਂ ਕਰ ਰਹੇ ਹਾਂ ਪ੍ਰਚੰਡ ਦਾ ਜੋ ਹੈਲੀਕਾਪਟਰ ਹੈ। ਮੈਂ ਫਾਈਟਰ ਜੈਟ ਬਾਰੇ ਅਸੀਂ ਜ਼ਿਕਰ ਕਰਾਂਗੇ ਕਿ ਫਾਈਟਰ ਜੈਟ ਉਹ ਕਿਹੜਾ ਪਹਿਲਾ ਸੀ ਜਿਹੜਾ ਭਾਰਤੀ 에ਅਰ ਫੋਰਸ ਨੂੰ ਮਿਲਿਆ ਸੀ। ਤਾਂ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ, A ਮਾਰੂਤ, B ਤੇਜਸ, C ਰੁਦਰਾ ਜਾਂ D ਧਰੁਵ। ਤਾਂ ਸਹੀ ਜਵਾਬ ਕੀ ਹੈ ਉਹ ਤੁਹਾਨੂੰ ਦੱਸਾਂਗੇ ਇਸ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਕਿ ਆਖਿਰ ਉਹ ਕਿਹੜਾ ਸਵਦੇਸ਼ੀ ਫਾਈਟਰ ਜੈਟ ਹੈ ਜਿਹੜਾ ਸਭ ਤੋਂ ਪਹਿਲਾਂ ਇਹ ਜਿਹੜਾ ਭਾਰਤੀ 에ਅਰ ਫੋਰਸ ਨੂੰ ਮਿਲਿਆ ਸੀ। ਖੈਰ ਇੰਟਰਸਟਿੰਗ ਹੈ ਕਿ ਆਖਿਰ ਉਹ ਕਿਹੜਾ ਫਾਈਟਰ ਜੈਟ ਸੀ ਜੋ ਸਭ ਤੋਂ ਪਹਿਲਾਂ ਭਾਰਤ ਨੂੰ ਮਿਲਿਆ, ਕਦੋਂ ਬਣ ਕੇ ਤਿਆਰ ਹੋਇਆ, ਨਾਮ ਕੀ ਸੀ ਉਸਦਾ, ਪੂਰੀ ਜਾਣਕਾਰੀ ਇਸ ਪ੍ਰੋਗਰਾਮ ਦੇ ਆਖਿਰ ਦੇ ਵਿੱਚ। ਹੁਣ ਗੱਲ ਧਮਕੀਆਂ ਦੀ। ਜਿਹਾਂ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਤੇ ਰਵਨੀਤ ਬਿੱਟੂ ਦੇ ਸਾਥੀ ਨੂੰ ਇੱਕ ਧਮਕੀ ਭਰਿਆ ਫੋਨ ਆਇਆ ਜਿਸ ਦੇ ਵਿੱਚ ਬਿੱਟੂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਕਾਲ ਵਿਦੇਸ਼ੀ ਨੰਬਰ ਤੋਂ ਕੀਤੀ ਗਈ ਤੇ ਫੋਨ ਕਰਨ ਵਾਲੇ ਖੁਦ ਨੂੰ ਅਮਰੀਕਾ 'ਚ ਬੈਠੇ ਬਘੇਲ ਸਿੰਘ ਦਾ ਸਾਥੀ ਦੱਸ ਰਿਹਾ ਸੀ ਤੇ ਰਵਨੀਤ ਬਿੱਟੂ ਨੂੰ ਸਿੱਖਾਂ ਦੇ ਖਿਲਾਫ ਬਿਆਨ ਦੇਣ ਤੋਂ ਵਰਜਿਆ ਗਿਆ। ਹੈਲੋ, ਹਾਂਜੀ ਕੌਣ ਸਾਹਿਬ ਬੋਲ ਰਹੇ ਹੋ ਜੀ? ਹਾਂਜੀ ਨਹੀਂ ਹਰਜਿੰਦਰ ਬੋਲ ਰਿਹਾ ਸੀ, ਦੱਸੋ। ਗੱਲ ਤਾਂ ਕਰਾ ਦੇਣਾ, ਤੂੰ ਬੋਲਦਾ ਕੌਣ ਆ ਪਹਿਲਾਂ ਆਪਦਾ ਨਾਮ ਦੱਸ, ਕੌਣ ਬੋਲਦਾ? ਤੁਸੀਂ ਕੌਣ ਬੋਲਦੇ ਹੋ? ਮੈਂ ਨਹੀਂ ਬੋਲਦਾ ਹਾਂ, ਤੂੰ ਸਿੱਖਾਂ ਦੇ ਖਿਲਾਫ ਬੋਲੂਗਾ ਬੰਦੇ ਦਾ ਪੁੱਤ ਬਣਾਉਣਾ ਹੈ ਯਾਰ। ਤੂੰ ਪਹਿਲਾਂ ਆਪਦਾ ਨਾਮ ਤਾਂ ਦੱਸ ਕੌਣ ਬੋਲਦਾ, ਮੈਂ ਤਾਂ ਹੀ ਉਹਨਾਂ ਨੂੰ ਸੁਨੇਹਾ ਲਾਉਂਗਾ ਨਾ। ਜੇ ਆਪਦਾ ਨਾਮ ਦੱਸੇਗਾ ਵੀ ਕੌਣ ਬੋਲਦਾ, ਕਿਹਦਾ ਬੰਦਾ ਬੋਲਦਾ, ਮੈਂ ਤਾਂ ਹੀ ਉਹਨੂੰ ਦੱਸੂ ਫਲਾਣੇ ਦਾ ਫੋਨ ਆਇਆ ਸੀਗਾ। ਉਹਨੂੰ ਕਹਿ ਦਿਓ ਕਿ ਬਘੇਲ ਸਿੰਘ ਦਾ ਬੰਦਾ ਬੋਲਦਾ, ਇੰਜਨ ਮਹਿਕਮੇ ਤੋਂ ਉਹਦਾ ਫੋਨ ਆਇਆ ਸੀ ਬਸ। ਬਘੇਲ ਸਿੰਘ ਕਿਹੜਾ? ਬਘੇਲ ਸਿੰਘ ਅਮਰੀਕਾ ਦਾ। ਅੱਛਾ, ਉਹਦਾ ਤੁਸੀਂ ਬੰਦੇ ਆਪ ਬੋਲਦੇ ਬਘੇਲ ਸਿੰਘ ਉਹਨਾਂ ਦਾ ਬੰਦਾ? ਉਹਨਾਂ ਦਾ ਬੰਦਾ ਬੋਲਦਾ, ਇੰਜਨ ਮਹਿਕਮੇ ਤੋਂ ਗੋਲੀ ਮਾਰਨੀ ਕਰਨਾ ਵਾ। ਸਿੱਖਾਂ ਦੇ ਖਿਲਾਫ ਬਹੁਤ ਜ਼ਿਆਦਾ ਬੋਲਦਾ ਨਾ, ਬਕਵਾਸ ਕਰਦਾ। ਨਹੀਂ ਬਾਈ ਜੀ, ਤੁਸੀਂ ਬੋਲਦੇ ਕਿਹੜੀ ਜਗ੍ਹਾ ਤੋਂ ਹੋ, ਐਕਟਿਵ ਕਿੱਥੇ ਹੋ? ਅਮਰੀਕਾ। ਧਮਕੀ ਭਰੇ ਇਸ ਫੋਨ ਤੋਂ ਬਾਅਦ ਰਵਨੀਤ ਬਿੱਟੂ ਨੇ ਪੁਲਿਸ ਦਾ ਰੁਖ ਕੀਤਾ ਹੈ ਤੇ ਸ਼ਿਕਾਇਤ ਦਰਜ ਕਰਵਾਈ ਹੈ। ਬਿੱਟੂ ਨੇ ਫੋਨ ਨੰਬਰ ਵੀ ਪੁਲਿਸ ਦੇ ਹਵਾਲੇ ਕੀਤਾ। ਰਵਨੀਤ ਬਿੱਟੂ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕਰਦੇ ਆ ਰਹੇ ਨੇ ਤੇ ਬੀਤੇ ਦਿਨੀ ਉਹਨਾਂ ਰਾਜੋਆਣਾ ਦੀ ਸਜ਼ਾ ਮੁਆਫੀ ਦਾ ਵਿਰੋਧ ਵੀ ਕੀਤਾ ਸੀ। ਖੈਰ ਧਮਕੀਆਂ ਲਗਾਤਾਰ ਆ ਰਹੀਆਂ ਨੇ, ਖਾਸ ਤੌਰ ਤੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕਦੇ ਕਾਰੋਬਾਰੀਆਂ ਨੂੰ ਤੇ ਕਦੇ ਸਿੰਗਰਸ ਦਾ ਜ਼ਿਕਰ ਹੁੰਦਾ ਤੇ ਹੁਣ MP ਨੂੰ ਵੀ ਆਈਆਂ। ਜੀ ਹਾਂ, ਜਦੋਂ MP ਨੂੰ ਵੀ ਮਾਰਨ ਦੀਆਂ ਧਮਕੀਆਂ ਦੇਣ ਲੱਗਣ ਇੱਕ ਗੈਂਗਸਟਰ ਜਾਂ ਫਿਰ ਅਜਿਹੇ ਅਨਸਰ, ਫਿਰ ਫਰਕ ਤਾਂ ਪੈਂਦਾ ਹੈ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਭਿੰਡਰਾਂ ਵਾਲਿਆਂ ਦੇ ਪਰਿਵਾਰ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਤੇ ਭਿੰਡਰਾਂ ਵਾਲੇ ਦੇ ਭਰਾ ਜਸਬੀਰ ਸਿੰਘ ਰੋਡੇ ਨੇ ਨਿਊਜ਼ 18 ਦੇ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਅੰਮ੍ਰਿਤਪਾਲ ਭਿੰਡਰਾਂ ਵਾਲਿਆਂ ਦਾ ਵਾਰਿਸ ਨਹੀਂ। ਅੰਮ੍ਰਿਤਪਾਲ ਦਾ ਵੱਖਰਾ ਏਜੰਡਾ ਹੈ ਤੇ ਅਜੇ ਤੱਕ ਨਾ ਅੰਮ੍ਰਿਤਪਾਲ ਤੇ ਨਾ ਹੀ ਕੋਈ ਹੋਰ ਉਹਨਾਂ ਨੂੰ ਭਿੰਡਰਾਂ ਵਾਲਿਆਂ ਦੀ ਥਾਂ ਲੈਣ ਵਾਲਾ ਨਜ਼ਰ ਆਇਆ। ਮੈਂ ਵੀ ਨਹੀਂ ਮੰਨਦਾ, ਕੌਮ ਵੀ ਨਹੀਂ ਮੰਨਦੀ। ਸੰਤ ਭਿੰਡਰਾਂ ਦਾ ਵਾਰਿਸ ਸੰਤ ਭਿੰਡਰਾਂ ਵਾਲੇ ਹੀ ਹੈ ਤੇ ਖਾਸ ਕਰਕੇ ਮੈਂ ਅੰਮ੍ਰਿਤਪਾਲ ਸਿੰਘ ਨੂੰ ਸੰਤ ਭਿੰਡਰਾਂ ਵਾਲੇ ਦੀ ਥਾਂ ਤੇ ਉਹਦਾ ਵਾਰਿਸ ਨਹੀਂ ਮੰਨਦਾ।
ਜਸਬੀਰ ਰੋਡੇ ਮੁਤਾਬਕ ਉਹ ਅੰਮ੍ਰਿਤਪਾਲ ਨੂੰ ਕਦੇ ਨਹੀਂ ਮਿਲੇ ਤੇ ਨਾ ਹੀ ਸਮਾਗਮ ਤੋਂ ਪਹਿਲਾਂ ਕਦੇ ਗੱਲਬਾਤ ਹੋਈ। ਉਹਨਾਂ ਪੰਜਾਬ ਦਾ ਮਾਹੌਲ ਖਰਾਬ ਹੋਣ ਦਾ ਖਦਸ਼ਾ ਵੀ ਜਤਾਇਆ ਤੇ ਸਰਕਾਰ ਨੂੰ ਸਿੱਖਾਂ ਦੀਆਂ ਮੰਗਾਂ ਮੰਨਣ ਦੀ ਤਾਕੀਦ ਕੀਤੀ। ਜਿੰਨੇ ਸਾਡੇ ਸਿੱਖਬੰਦੀ ਸਾਰੇ ਰਿਆ ਕਰ ਦਿੱਤੇ ਜਾਣ ਤੇ ਇਹ ਸਿੱਖਾਂ ਦੀਆਂ ਮੰਗਾਂ ਜਿਹੜੀਆਂ ਇਹ ਵੀ ਕੋਈ ਸੰਵਿਧਾਨ ਤੋਂ ਬਾਹਰ ਹੈ, ਇਹ ਤੁਰੰਤ ਮੰਨ ਲਈਆਂ ਜਾਣ ਤੇ ਕੋਈ ਰੌਲਾ ਪੈ ਨਹੀਂ ਸਕਦਾ। ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਨੂੰ ਕੁਝ ਲੋਕਾਂ ਦੇ ਵੱਲੋਂ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਹਮਸ਼ਕਲ ਤੇ ਵਾਰਿਸ ਕਿਹਾ ਜਾ ਰਿਹਾ ਹੈ, ਜਦਕਿ ਉਸ ਨੂੰ ਦੀਪ ਸਿੱਧੂ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਦਾ ਮੁਖੀ ਵੀ ਥਾਪਿਆ ਗਿਆ ਹੈ। ਪਰ ਅੰਮ੍ਰਿਤਪਾਲ ਬਾਰੇ ਭਿੰਡਰਾਂਵਾਲਿਆਂ ਦੇ ਪਰਿਵਾਰ ਦਾ ਬਿਆਨ ਅਹਿਮ ਮੰਨਿਆ ਜਾ ਰਿਹਾ ਹੈ। ਖੈਰ ਖਾਲਿਸਤਾਨ ਦੀ ਮੰਗ ਕੀਤੀ ਜਾ ਰਹੀ ਹੈ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਸਿੱਧੇ ਤੌਰ ਤੇ ਆ ਕੇ ਅਜਿਹੇ ਉਹਨੇ ਬਿਆਨ ਦਿੱਤੇ ਨੇ ਔਰ ਭਿੰਡਰਾਂ ਵਾਲਿਆਂ ਦਾ ਹਵਾਲਾ ਵੀ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਦਿੱਤਾ ਜਾ ਰਿਹਾ ਹੈ। ਪਰ ਭਿੰਡਰਾਂ ਵਾਲਿਆਂ ਦਾ ਪਰਿਵਾਰ ਅੰਮ੍ਰਿਤਪਾਲ ਦੇ ਬਿਆਨਾਂ ਦੇ ਨਾਲ ਸਹਿਮਤੀ ਨਹੀਂ ਜਤਾ ਰਿਹਾ। ਤੇ ਨਿਊਜ਼ 18 ਦੇ ਨਾਲ ਗੱਲਬਾਤ ਦੌਰਾਨ ਅੰਮ੍ਰਿਤਪਾਲ ਨੇ ਵੱਖਰੇ ਸਿੱਖ ਰਾਜ ਖਾਲਿਸਤਾਨ ਦੀ ਮੰਗ ਕੀਤੀ, ਪਰ ਹੁਣ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਭਰਾ ਜਸਬੀਰ ਸਿੰਘ ਰੋਡੇ ਨੇ ਖਾਲਿਸਤਾਨ ਨੂੰ ਅੰਮ੍ਰਿਤਪਾਲ ਦਾ ਏਜੰਡਾ ਦੱਸਿਆ ਹੈ। ਜਸਬੀਰ ਸਿੰਘ ਰੋਡੇ ਮੁਤਾਬਕ ਭਿੰਡਰਾਂਵਾਲਿਆਂ ਨੇ ਕਦੇ ਖਾਲਿਸਤਾਨ ਨਹੀਂ ਮੰਗਿਆ ਤੇ ਇਹ ਮੰਗ ਸਿਰਫ ਅੰਮ੍ਰਿਤਪਾਲ ਦੀ ਹੈ। ਅਸੀਂ ਖਾਲਿਸਤਾਨ ਦੀ ਮੰਗ ਨਹੀਂ ਕਰਦੇ, ਪਰ ਅਸੀਂ ਵਿਰੋਧ ਵੀ ਨਹੀਂ ਕਰਦੇ। ਆਜ਼ਾਦੀ ਇਦਾਂ ਨਹੀਂ ਮਿਲਦੀ ਤੇ ਆਜ਼ਾਦੀ ਜਿੱਦਾਂ ਲਈ ਜਾਂਦੀ ਤੁਹਾਨੂੰ ਪਤਾ ਸੀ ਉਦਾਂ ਲੈਣੀ ਹੈ। ਇਹ ਏਜੰਡਾ ਉਹਨਾਂ ਦਾ ਹੈ, ਉਹਨਾਂ ਨੇ ਕਿਵੇਂ ਕਰਨਾ ਹੈ। ਜਸਬੀਰ ਸਿੰਘ ਰੋਡੇ ਮੁਤਾਬਕ ਉਹ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਲਈ ਹਮੇਸ਼ਾ ਅੰਮ੍ਰਿਤਪਾਲ ਸਿੰਘ ਦੇ ਨਾਲ ਖੜੇ ਨੇ, ਪਰ ਵੱਖਰੇ ਰਾਜ ਦੀ ਮੰਗ ਜਾਂ ਅਜਿਹੀਆਂ ਸਰਗਰਮੀਆਂ ਦੇ ਲਈ ਨਹੀਂ। ਜਿੱਥੋਂ ਤੱਕ ਧਰਮ ਪ੍ਰਚਾਰ ਦੀ ਲੋੜ ਹੋਏਗੀ ਅਸੀਂ ਉਹਨਾਂ ਨਾਲ ਸਹਿਮਤ ਹਾਂ। ਅਮਰ ਸਿਕਾਉਣ ਦੀ ਗੱਲ ਹੋਵੇਗੀ ਉਹਦੇ ਨਾਲ ਵੀ ਸਹਿਮਤ ਹੈ। ਪੰਜਾਂ ਪਿਆਰਿਆਂ ਦੀ ਕਿਤੇ ਜ਼ਰੂਰਤ ਹੋਵੇਗੀ ਉੱਥੇ ਵੀ ਸਹਿਮਤ ਹੈ, ਕਿਤੇ ਇਕੱਠ ਕਰਨਾ ਉੱਥੇ ਵੀ ਸਹਿਮਤ ਹੈ। ਕੁੱਲ ਮਿਲਾ ਕੇ ਅੰਮ੍ਰਿਤਪਾਲ ਦਾ ਖਾਲਿਸਤਾਨ ਬਣਾਉਣ ਦਾ ਸੁਪਨਾ ਦੋਫਾੜ ਹੁੰਦਾ ਜਾਪਦਾ ਹੈ। ਭਿੰਡਰਾਂਵਾਲਿਆਂ ਦਾ ਪਰਿਵਾਰ ਅੰਮ੍ਰਿਤਪਾਲ ਨੂੰ ਵਾਰਿਸ ਮੰਨਣ ਤੋਂ ਇਨਕਾਰ ਕਰ ਚੁੱਕਾ ਹੈ ਤੇ ਅੰਮ੍ਰਿਤਪਾਲ ਆਪਣੇ ਬਿਆਨ ਦੀ ਵਜ੍ਹਾ ਦੇ ਨਾਲ ਕੇਂਦਰੀ ਏਜੰਸੀਆਂ ਦੀ ਰਡਾਰ ਦੇ ਉੱਤੇ ਵੀ ਹੈ। ਖੈਰ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਆਧਾਰ ਬਣਾ ਕੇ ਖਾਲਿਸਤਾਨ ਦਾ ਜ਼ਿਕਰ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਕੀਤਾ ਜਾ ਰਿਹਾ ਸੀ ਔਰ ਬਹੁਤ ਸਾਰੇ ਲੋਕ ਭਿੰਡਰਾਂਵਾਲਿਆਂ ਦੇ ਨਾਲ ਅੰਮ੍ਰਿਤਪਾਲ ਨੂੰ ਕੰਪੇਅਰ ਵੀ ਕਰਦੇ ਨਜ਼ਰ ਆਏ ਨੇ। ਖੈਰ ਜਦੋਂ ਭਿੰਡਰਾਂਵਾਲਿਆਂ ਦੇ ਪਰਿਵਾਰ ਦਾ ਸਾਥ ਹੀ ਨਾ ਮਿਲੇ, ਖਾਸ ਤੌਰ ਤੇ ਖਾਲਿਸਤਾਨ ਦੇ ਮੁੱਦੇ ਉੱਤੇ ਅੰਮ੍ਰਿਤਪਾਲ ਸਿੰਘ ਨੂੰ ਫਿਰ ਫਰਕ ਤਾਂ ਪੈਂਦਾ ਹੈ। ਉਧਰ ਪਾਕਿਸਤਾਨ ਦੇ ਇਤਿਹਾਸਿਕ ਗੁਰਦੁਆਰਾ ਪੰਜਾ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਵਾਪਰੀ ਹੈ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਕੁਝ ਵਿਅਕਤੀ ਜੁੱਤੀਆਂ ਪਾ ਕੇ ਘੁੰਮਦੇ ਨਜ਼ਰ ਆਏ, ਜਿਸ ਦੀ ਇੱਕ ਸਿੱਖ ਸ਼ਖਸ ਦੇ ਵੱਲੋਂ ਵੀਡੀਓ ਬਣਾ ਲਈ ਗਈ। ਇਲਜ਼ਾਮ ਨੇ ਕਿ ਪ੍ਰਸ਼ਾਸਨ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਫਿਲਮ ਬਣਾਉਣ ਦੀ ਆਗਿਆ ਦਿੱਤੀ ਗਈ, ਜਿਸ ਦਾ ਮੌਕੇ ਤੇ ਮੌਜੂਦ ਸਿੱਖ ਸੰਗਤ ਨੇ ਵਿਰੋਧ ਕੀਤਾ। ਵੀਡੀਓ ਬਣਾਉਣ ਵਾਲੇ ਵਿਅਕਤੀ ਮੁਤਾਬਕ ਪਹਿਲਾਂ ਨਨਕਾਣਾ ਸਾਹਿਬ ਗੁਰਦੁਆਰੇ ਦੇ ਵਿੱਚ ਵੀ ਅਜਿਹੀ ਘਟਨਾ ਵਾਪਰੀ ਸੀ। ਪਾਕਿਸਤਾਨ ਦੇ ਵਿੱਚ ਹੋਈ ਬੇਅਦਬੀ ਦਾ ਸੇਕ ਭਾਰਤ ਤੱਕ ਵੀ ਨਜ਼ਰ ਆਇਆ ਤੇ ਬੀਜੇਪੀ ਆਗੂ ਮਨਜਿੰਦਰ ਸਿਰਸਾ ਨੇ ਭਾਰਤ ਸਰਕਾਰ ਨੂੰ ਮਾਮਲੇ 'ਚ ਦਖਲ ਦੇਣ ਦੀ ਅਪੀਲ ਕੀਤੀ। ਪਾਕਿਸਤਾਨ 'ਚ 29 ਤਰੀਕ ਨੂੰ ਇੱਕ ਮੂਵੀ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ, ਜਿਸ ਸ਼ੂਟਿੰਗ ਦੇ ਦੌਰਾਨ ਲੋਕ ਜੁੱਤੇ ਪਾ ਕੇ ਗੁਰੂ ਘਰ ਦੇ ਅੰਦਰ ਵੜਦੇ ਨੇ ਔਰ ਸਾਰਾ ਸਟਾਰ ਕਾਸਟ ਜੁੱਤਿਆਂ ਦੇ ਅੰਦਰ ਦਿਖਾਈ ਦੇ ਰਿਹਾ ਹੈ। ਮੈਂ ਭਾਰਤ ਸਰਕਾਰ ਦੇ ਕੋਲ ਵਿਦੇਸ਼ ਮੰਤਰਾਲਿਆ ਕੋਲ ਨੂੰ ਇਹ ਬੇਨਤੀ ਕਰਦਾ ਹਾਂ ਕਿ ਤੁਰੰਤ ਇਸ ਤੇ ਕਾਰਵਾਈ ਕੀਤੀ ਜਾਵੇ, ਉੱਥੋਂ ਦੀ ਸਰਕਾਰ ਨਾਲ ਗੱਲ ਕੀਤੀ ਜਾਵੇ ਔਰ ਇਹਨਾਂ ਲੋਕਾਂ ਤੇ ਮੁਕੱਦਮਾ ਦਰਜ ਕੀਤਾ ਜਾਵੇ ਗੁਰੂ ਘਰ ਦੀ ਬੇਅਦਬੀ ਕਰਨ ਦਾ। ਹਾਲਾਂਕਿ ਵਿਰੋਧ ਤੋਂ ਬਾਅਦ ਸ਼ੂਟਿੰਗ ਤਾਂ ਬੰਦ ਕਰ ਦਿੱਤੀ ਗਈ, ਪਰ ਸਿੱਖ ਸੰਗਤ ਦੇ ਵਿੱਚ ਰੋਸ ਵਧਦਾ ਜਾ ਰਿਹਾ ਤੇ ਪਾਕਿਸਤਾਨੀ ਪੁਲਿਸ ਜਾਂ ਪ੍ਰਸ਼ਾਸਨ ਦੇ ਵੱਲੋਂ ਮਾਮਲੇ 'ਚ ਕੋਈ ਵੀ ਐਕਸ਼ਨ ਨਾ ਲੈਣ ਦੀਆਂ ਖਬਰਾਂ ਨੇ। ਤਾਂ ਬੇਅਦਬੀ ਦੀ ਘਟਨਾ ਵਾਪਰੀ ਹੈ ਤੇ ਉਸ ਤੋਂ ਬਾਅਦ ਸਿੱਖ ਸੰਗਤ ਦੇ ਵਿੱਚ ਰੋਸ ਹੈ। ਪਾਕਿਸਤਾਨ ਦੇ ਵਿੱਚ ਵੀ ਔਰ ਭਾਰਤ ਦੇ ਵਿੱਚ ਵੀ ਇਹ ਕਿਹਾ ਜਾ ਰਿਹਾ ਕਿ ਕਾਰਵਾਈ ਕੀਤੀ ਜਾਵੇ ਔਰ ਅੱਗੇ ਤੋਂ ਅਜਿਹਾ ਨਾ ਹੋਵੇ, ਉਸ ਦੇ ਉੱਤੇ ਵੀ ਧਿਆਨ ਦਿੱਤਾ ਜਾਵੇ। ਹੁਣ ਅੱਗੇ ਵਧਦੇ ਹਾਂ। 3 ਅਕਤੂਬਰ ਦਾ ਇਤਿਹਾਸ ਕੀ ਕਹਿੰਦਾ ਉਸ ਦਾ ਅਸੀਂ ਤੁਹਾਨੂੰ ਪੂਰਾ ਵੇਰਵਾ ਦੱਸਾਂਗੇ। 3 ਅਕਤੂਬਰ ਦਾ ਇਤਿਹਾਸ ਜੁੜਿਆ ਹੋਇਆ ਹੈ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਾਲ। ਜੀ ਹਾਂ, 3 ਅਕਤੂਬਰ ਨੂੰ ਭ੍ਰਿਸ਼ਟਾਚਾਰ ਕੇਸ ਦੇ ਵਿੱਚ ਇੰਦਰਾ ਗਾਂਧੀ ਦੀ ਗ੍ਰਿਫਤਾਰੀ ਹੋਈ ਸੀ। 3 ਅਕਤੂਬਰ ਦਾ ਦਿਨ ਭਾਰਤੀ ਲੋਕਤੰਤਰ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਅਹਿਮ ਦਿਨ ਹੈ। 3 ਅਕਤੂਬਰ ਨੂੰ 1977 ਨੂੰ ਇਸੇ ਦਿਨ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਸਮੇਂ ਦੇਸ਼ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਮੁਰਾਰਜੀ ਦੇ ਅਗਵਾਈ ਦੇ ਵਿੱਚ ਜਨਤਾ ਪਾਰਟੀ ਦੀ ਸਰਕਾਰ ਸੀ। ਉਸ ਸਮੇਂ ਦੇ ਤਤਕਾਲੀ ਪ੍ਰਧਾਨ ਮੰਤਰੀ ਅਤੇ ਤਤਕਾਲੀ ਗ੍ਰਹਿ ਮੰਤਰੀ ਚੌਧਰੀ ਚਰਨ ਸਿੰਘ ਸੀ। ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੇ ਵਿੱਚ ਗ੍ਰਿਫਤਾਰ ਇੰਦਰਾ ਗਾਂਧੀ ਨੂੰ ਤਕਨੀਕੀ ਆਧਾਰ ਦੇ ਉੱਤੇ ਰਿਹਾ ਕਰ ਦਿੱਤਾ ਗਿਆ ਸੀ। ਪੂਰਾ ਮਾਮਲਾ ਕੀ ਉਹ ਵੀ ਤੁਹਾਨੂੰ ਦੱਸਦੇ ਹਾਂ। ਇੰਦਰਾ ਗਾਂਧੀ ਦੇ ਉੱਤੇ ਚੋਣ ਪ੍ਰਚਾਰ ਦੇ ਵਿੱਚ ਇਸਤੇਮਾਲ ਕੀਤੀ ਗਈਆਂ ਜੀਪਾਂ ਦੀ ਖਰੀਦਦਾਰੀ ਦੇ ਵਿੱਚ ਭ੍ਰਿਸ਼ਟਾਚਾਰ ਦਾ ਇਲਜ਼ਾਮ ਲੱਗਿਆ। ਰਾਏ ਬਰੇਲੀ ਦੇ ਵਿੱਚ ਚੋਣ ਪ੍ਰਚਾਰ ਦੇ ਮਕਸਦ ਦੇ ਨਾਲ ਇੰਦਰਾ ਗਾਂਧੀ ਦੇ ਲਈ 100 ਜੀਪਾਂ ਖਰੀਦੀਆਂ ਗਈਆਂ ਸੀ। ਉਹਨਾਂ ਦੇ ਵਿਰੋਧੀਆਂ ਦਾ ਇਲਜ਼ਾਮ ਹੈ ਕਿ ਜੀਪਾਂ ਕਾਂਗਰਸ ਪਾਰਟੀ ਦੇ ਪੈਸੇ ਦੇ ਨਾਲ ਨਹੀਂ ਬਲਕਿ
ਉਹਨਾਂ ਦੇ ਲਈ ਉਦਯੋਗਪਤੀਆਂ ਨੇ ਉਸ ਦਾ ਭੁਗਤਾਨ ਕੀਤਾ ਤੇ ਸਰਕਾਰੀ ਪੈਸੇ ਦਾ ਇਸਤੇਮਾਲ ਕੀਤਾ ਗਿਆ। ਇੰਦਰਾ ਗਾਂਧੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਬੜਕਲ ਲੇਕ ਗੈਸਟ ਹਾਊਸ ਦੇ ਵਿੱਚ ਹਿਰਾਸਤ ਵਿੱਚ ਰੱਖਣਾ ਸੀ, ਕਿਸੇ ਵਜ੍ਹਾ ਦੇ ਨਾਲ ਉੱਥੇ ਨਹੀਂ ਰੱਖਿਆ ਜਾ ਸਕਿਆ। ਰਾਤ ਕਿੰਗਸਵੇ ਕੈਂਪ ਦੀ ਪੁਲਿਸ ਲਾਈਨ ਦੇ ਵਿੱਚ ਰੱਖਿਆ ਗਿਆ, ਉੱਥੇ ਗਜ਼ਟਡ ਆਫੀਸਰ ਮੈਸ ਦੇ ਵਿੱਚ ਲਿਆਂਦਾ ਗਿਆ। ਅਗਲੇ ਦਿਨ ਯਾਨੀ ਕਿ 4 ਅਕਤੂਬਰ 1977 ਦੀ ਸਵੇਰ ਉਹਨਾਂ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੇ ਮੈਜਿਸਟ੍ਰੇਟ ਨੇ ਇਲਜ਼ਾਮਾਂ ਦੇ ਸਮਰਥਨ ਦੇ ਵਿੱਚ ਸਬੂਤ ਮੰਗੇ। ਜਦੋਂ ਉਹਨਾਂ ਦੀ ਗ੍ਰਿਫਤਾਰੀ ਦੇ ਸਮਰਥਨ ਦੇ ਵਿੱਚ ਸਬੂਤ ਪੇਸ਼ ਨਹੀਂ ਕੀਤੇ ਗਏ ਤਾਂ ਫਿਰ ਮੈਜਿਸਟ੍ਰੇਟ ਨੇ ਹੈਰਾਨੀ ਜਤਾਈ ਅਤੇ ਇੰਦਰਾ ਗਾਂਧੀ ਨੂੰ ਇਸ ਆਧਾਰ ਦੇ ਉੱਤੇ ਬਰੀ ਕਰ ਦਿੱਤਾ ਗਿਆ ਕਿ ਉਹਨਾਂ ਦੀ ਹਿਰਾਸਤ ਦੇ ਸੰਬੰਧ ਦੇ ਵਿੱਚ ਕੋਈ ਸਬੂਤ ਪੇਸ਼ ਨਹੀਂ ਕੀਤੇ ਜਾ ਸਕੇ ਨੇ। ਇਹ ਪਹਿਲਾ ਮੌਕਾ ਸੀ 3 ਅਕਤੂਬਰ 1977 ਨੂੰ ਜਦੋਂ ਦੇਸ਼ ਦੇ ਕਿਸੇ ਪ੍ਰਧਾਨ ਮੰਤਰੀ ਨੂੰ, ਸਾਬਕਾ ਪ੍ਰਧਾਨ ਮੰਤਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੋਵੇ। ਇੰਦਰਾ ਗਾਂਧੀ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਰੁਕ ਰਹੇ ਇੱਕ ਬਹੁਤ ਛੋਟੇ ਜਿਹੇ ਬ੍ਰੇਕ ਦੇ ਲਈ, ਵਾਪਸ ਆਵਾਂਗੇ ਕੁਝ ਹੋਰ ਖਬਰਾਂ ਦੇ ਨਾਲ। ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਹਰਿਆਣਾ ਦੇ ਨਾਲ।